ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਸਲੋਕ ਮਹਿਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ ਸੱਚੇ ਆਕਾਸ਼, ਸੱਚੇ ਤੇਰੇ ਕਰਨੇ ਸਰਬ ਵਿਚਾਰ। ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫਰਮਾਨ। ਸੱਚਾ ਤੇਰਾ ਕਰਮ ਸੱਚਾ ਨਿਸ਼ਾਨ। ਸੱਚੇ ਤੁਧ ਆਖਿਆ ਹੈ ਲੱਖ ਕਰੋ, ਸੱਚਾ ਸਭ ਤਾਣ ਸੱਚਾ ਸਭ ਜੋ। ਸੱਚੀ ਤੇਰੀ ਸਿਫਤ ਸੱਚੀ ਸਾਲਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਨਾਨਕ ਸੱਚ ਤੇ ਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕਚ। ਨਾਨਕ ਸੱਚ ਤੇ ਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕਚ। ਸੋ ਜਿਸ ਸ਼ਲੋਕ ਦਾ ਹੁਣੇ ਆਪਾਂ ਬੜੇ ਪਿਆਰ ਅਤੇ ਟਿਕਾ ਦੇ ਨਾਲ ਬੈਠ ਕੇ ਪਾਠ ਸਰਵਣ ਕੀਤਾ ਹੈ, ਉਹ ਸ਼ਲੋਕ ਸਿੱਖ ਧਰਮ ਦੇ ਬਾਨੀ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਆਸਾ ਦੇ ਵਿੱਚ। ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਆਪਾਂ ਆਸਾ ਕੀ ਵਾਰ ਜੀ ਦੀ ਦੂਸਰੀ ਪੌੜੀ ਦੀ ਵਿਚਾਰ ਆਪ ਸਾਰਿਆਂ ਦੇ ਨਾਲ ਸਾਂਝੀ ਕੀਤੀ ਸੀ। ਆ ਜਿਹੜਾ ਸ਼ਲੋਕ ਤੁਸੀਂ ਸਰਵਣ ਕੀਤਾ ਹੈ, ਇਹ ਉਸ ਪੌੜੀ ਦੇ ਨਾਲ ਸੰਬੰਧ ਰੱਖਣ ਵਾਲਾ ਹੈ। We have just listened to a slok that we read when we do Asa Ki War Ji da Kirtan, Asa Ki War Ji da Paath. This slok was uttered by Guru Nanak Pasha, and it is connected to the second paudi of Asa Ki War, because in the previous video we discussed the second paudi of Asa Ki War. Today we will be discussing the sloks that are connected to that paudi. ਔਰ ਇਸ ਸ਼ਲੋਕ ਨੂੰ ਸਮਝਣ ਵਾਸਤੇ, ਕਿਉਂਕਿ ਸ਼ਲੋਕ ਦਾ ਭਾਵ ਅਖੀਰਲੀਆਂ ਪੰਕਤੀਆਂ ਦੇ ਵਿੱਚ ਸਾਨੂੰ ਮਿਲ ਸਕਦਾ ਹੈ। The main message that Guru Sahib Ji is trying to convey in this slok can be found in its last lines. ਤੇ ਜੇ ਪਿਛਲੀਆਂ ਲਾਈਨਾਂ ਆਪਾਂ ਚੰਗੀ ਤਰ੍ਹਾਂ ਸਮਝ ਲਈਏ, ਸ਼ਲੋਕ ਨੂੰ ਸਮਝਣਾ ਬੜਾ ਸੌਖਾ ਹੈ। If we understand these last two lines, it will be very easy to figure out the context in which Guru Nanak Pasha uttered this slok. ਸ਼ਲੋਕ ਦੀਆਂ ਅਖੀਰਲੀਆਂ ਪੰਕਤੀਆਂ ਗੁਰੂ ਪਾਤਸ਼ਾਹ ਫਰਮਾਉਂਦੇ ਨੇ ਵੀ ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨ ਕੱਚ। Guru Pasha says we the ones who connected themselves with the truth, connected themselves to true wisdom. They came to this conclusion. Now which conclusion was that? We jo mar jamme so kach na kach, because in that society we must remember. ਹੁਣ ਵੇਖੋ ਗੁਰੂ ਪਾਤਸ਼ਾਹ ਇਸ ਸ਼ਲੋਕ ਦੇ ਰਾਹੀਂ ਕੀ ਸਾਨੂੰ ਸਮਝਾਉਣਾ ਚਾਹੁੰਦੇ ਹਨ। ਆਸਾ ਕੀ ਵਾਰ ਜੀ ਦੀ ਬਾਣੀ ਦੇ ਵਿੱਚ ਜਿੰਨਾ ਪਖੰਡਵਾਦ ਦੇ ਖਿਲਾਫ ਗੁਰੂ ਪਾਤਸ਼ਾਹ ਨੇ ਗੱਲ ਕੀਤੀ ਹੈ ਨਾ, ਤੁਸੀਂ ਹੈਰਾਨ ਰਹਿ ਜਾਵੋਗੇ ਵੀ ਇੰਨੀ ਸਖਤ ਭਾਸ਼ਾ ਦੇ ਵਿੱਚ, ਇੰਨੀ ਵਧੀਆ ਲੌਜਿਕ ਵਰਤ ਕੇ, ਵਧੀਆ ਦਲੀਲਾਂ ਵਰਤ ਕੇ ਗੁਰੂ ਪਾਤਸ਼ਾਹ ਨੇ ਉਸ ਪੁਜਾਰੀ ਤਬਕੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕੀਤੀ। The amount of
tark, the amount of questioning Guru Nanak Pasha raised on that Pujari structure of that time in Asa Ki War, you will be amazed when you read that Bani. Wow, 500 years ago, 600 years ago, they had this much courage to speak the truth. Because in that society, everyone said that everything is happening according to some Devi Devata, a Hindu god and goddess. ਉਸ ਵੇਲੇ ਦੇ ਲੋਕ ਮੰਨਦੇ ਸਨ, ਜਿਸ ਖਿੱਤੇ ਦੇ ਵਿੱਚ ਗੁਰੂ ਪਾਤਸ਼ਾਹ ਵਿਚਰੇ, ਉਸ ਵੇਲੇ ਇਹ ਮਨੌਤ, ਅੱਜ ਵੀ ਇਹ ਮਨੌਤ ਪ੍ਰਚਲਿਤ ਹੈ ਕਿ ਦੇਵੀ ਦੇਵਤਿਆਂ ਨੇ ਸਾਰਾ ਕੁਝ ਬਣਾਇਆ ਹੈ, ਉਹ ਸਾਰਾ ਕੁਝ ਕੰਟਰੋਲ ਕਰਦੇ ਆ। ਇਸਲਾਮ ਧਰਮ ਦੇ ਮੁਤਾਬਕ ਇੱਕ ਖੁਦਾ ਹੈ। According to Islam, there is one God who controls everything. But here in Asa Ki War, Guru Pasha says ਵੀ ਨਾਨਕ ਸੱਚ ਧਿਆਇਨ ਸੱਚ, ਵੀ ਹੇ ਨਾਨਕ ਆਖ ਜਿਹੜੇ ਸੱਚੇ ਆ, ਜਿਹੜੇ ਸੱਚੇ ਗਿਆਨ ਦੇ ਨਾਲ ਜੁੜ ਜਾਂਦੇ ਆ ਨਾ, ਉਹ ਇਸ ਨਤੀਜੇ ਤੇ ਪਹੁੰਚ ਜਾਂਦੇ ਆ। They come to this conclusion. What is that conclusion, ਪਾਤਸ਼ਾਹ? ਉਹ ਨਤੀਜਾ ਕਿਹੜਾ ਪਾਤਸ਼ਾਹ? ਜੋ ਮਰ ਜੰਮੇ ਸੋ ਕੱਚ ਨ ਕੱਚ। ਆ ਜਿਹੜਾ ਝੂਠ ਪੁਜਾਰੀਆਂ ਨੇ ਫੈਲਾਇਆ ਹੈ ਨਾ, ਵੀ ਦੇਵੀ ਦੇਵਤੇ ਹੁੰਦੇ ਆ, ਉਹਨਾਂ ਨੇ ਸਾਰਾ ਕੁਝ ਬਣਾਇਆ, ਉਹਨਾਂ ਨੂੰ ਖੁਸ਼ ਕਰਨ ਵਾਸਤੇ ਤੁਸੀਂ ਸਾਡੇ ਕੋਲ ਆਓ। ਗੁਰੂ ਪਾਤਸ਼ਾਹ said that the lies that the pujari have told, we Hindu gods and goddesses created everything. To communicate with those gods and goddesses, you have to come to me. To come to me, you have to bring charity in the name of religion. You have to bring this in the name of religion. Guru Pasha says nothing like that exists. ਕਹਿੰਦੇ ਇਦਾਂ ਦਾ ਕੁਝ ਨਹੀਂ। ਅਸਲ ਦੇ ਵਿੱਚ ਉਹ ਇੱਕ ਵਿਧਾਨ ਕੰਮ ਕਰ ਰਿਹਾ ਹੈ, ਤੇ ਜਿਹੜੇ ਉਸ ਵਿਧਾਨ ਨੂੰ ਸਮਝ ਲੈਂਦੇ ਹਨ, the ones who understand that system of nature, the ones who connect themselves with the truth, with self-realization, then they say, ਫਿਰ ਉਹ ਇਦਾਂ ਪੁਕਾਰ ਕੇ ਕਹਿੰਦੇ ਹਨ, ਕਬੀਰ ਜੀ ਵਰਗੇ, ਫਰੀਦ ਜੀ ਵਰਗੇ, ਰਵਿਦਾਸ ਜੀ ਵਰਗੇ, ਫਿਰ ਉਹ ਕਹਿੰਦੇ ਹਨ ਵੀ ਜੋ ਮਰ ਜੰਮੇ ਸੋ ਕੱਚ ਨ ਕੱਚ। We all these lies you have told in the name of religion, they are all based on falsehood. ਫਿਰ ਕਹਿੰਦੇ ਹਨ ਵੀ ਜਿਹੜੇ ਝੂਠ ਤੂੰ ਫਲਾਏ ਹਨ ਹਨਾ ਦੇਵੀ ਦੇਵਤਿਆਂ ਦੇ ਸੰਬੰਧ ਦੇ ਵਿੱਚ, ਅਸਲ ਦੇ ਵਿੱਚ ਇਦਾਂ ਦਾ ਕੁਛ ਨਹੀਂ, ਕਿਉਂਕਿ ਜੋ ਮਰ ਜੰਮੇ, ਜਿਹੜੇ ਜਨਮ ਲੈਂਦੇ ਹਨ, ਜਿਹੜੇ ਮਰਦੇ ਹਨ, ਜਿਨ੍ਹਾਂ ਦੀਆਂ ਵਿਚਾਰਾਂ ਨਿਤ ਬਦਲਦੀਆਂ ਹਨ, ਪਾਤਸ਼ਾਹ ਕਹਿੰਦੇ ਉਹ ਝੂਠ ਦੇ ਬੇਸ ਤੇ ਖੜੇ ਆ, ਤੇ ਝੂਠ ਬੜਾ ਚਿਰ ਟਿਕਦਾ ਨਹੀਂ। One day falsehood will be exposed. 500 years ago, Guru Nanak Pasha exposed that falsehood. 500 ਸਾਲ ਪਹਿਲਾਂ ਸਾਡਿਆਂ ਪਾਤਸ਼ਾਹਾਂ ਨੇ ਉਸ ਝੂਠ ਦੇ ਖਿਲਾਫ ਆਵਾਜ਼ ਉਠਾਈ, ਹਲੂਣਾ ਦਿੱਤਾ ਪੁਜਾਰੀ ਢਾਂਚੇ ਨੂੰ। ਪਰ 10ਵੇਂ ਪਾਤਸ਼ਾਹ ਜੀ ਦੇ ਜਾਣ ਤੋਂ ਬਾਅਦ, after the Jyoti Jyot of Guru Gobind Singh Pasha, that same pujari system became heavy on Sikhi again. ਉਹੀ ਢਾਂਚਾ ਮੁੜ ਦੁਬਾਰਾ ਸਾਡੇ ਤੇ ਹਾਵੀ ਹੋ ਗਿਆ। ਪਰ ਇੱਕ ਦਿਨ ਐਸਾ ਆਵੇਗਾ ਨਾ, ਜਦੋਂ ਕਬੀਰ ਜੀ ਵਰਗੇ ਉੱਠ ਕੇ ਕਹਿਣਗੇ ਨਾ ਵੀ ਜੋ ਤੋਂ ਬਾਹਮਣ ਬਾਹਮਣੀ ਜਾਇਆ ਤੋ ਆਨ ਵਾਟ ਕਾਹੇ ਨਹੀਂ ਆਇਆ। One day will come when people will question. ਹੋ ਸਕਦਾ it can be that in our lifetime we won't see the change we are looking for, but we can guarantee this, that we will spark the next generation to bring that change. ਹੋ ਸਕਦਾ ਸਾਨੂੰ ਜਿਹੜਾ ਬਦਲਾਅ ਅਸੀਂ ਲਿਆਉਣਾ ਚਾਹੁੰਦੇ ਹਾਂ ਨਾ, ਹੋ ਸਕਦਾ ਅਸੀਂ ਉਸ ਬਦਲਾਅ ਨੂੰ ਨਾ ਦੇਖੀਏ, ਪੀਕ ਤੇ ਚੜ੍ਹਦਾ ਨਾ ਦੇਖੀਏ, ਪਰ ਇੱਕ ਗੱਲ ਜ਼ਰੂਰ ਹੈ, ਅਸੀਂ ਜਾਗ ਲਾ ਲੈਣਾ ਹੈ। ਆਉਣ ਵਾਲੀਆਂ ਪੀੜ੍ਹੀਆਂ ਨੇ ਤੁਹਾਡੇ ਝੂਠ ਨੂੰ ਜਦੋਂ ਐਕਸਪੋਜ਼ ਕਰਨਾ ਨਾ, ਫਿਰ ਤੁਹਾਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ, ਕਿਉਂਕਿ ਇਹਨਾਂ ਨੇ ਨਹੀਂ ਬਰਦਾਸ਼ਤ ਕਰਨਾ ਇੱਦਾਂ ਪੁਜਾਰੀਆਂ ਨੂੰ। ਅਗਲੀਆਂ ਪੀੜ੍ਹੀਆਂ ਨੇ, ਖਾਸ ਕਰਕੇ ਜਿਹੜੇ ਇਹਨਾਂ ਦੇਸ਼ਾਂ ਵਿੱਚ ਜੰਮੇ ਪਲੇ ਆ, ਉਹਨਾਂ ਨੇ ਨਹੀਂ ਬਾਹਲਾ ਚਿਰ ਬਰਦਾਸ਼ਤ ਕਰਨਾ। ਇਸ ਕਰਕੇ ਪਾਤਸ਼ਾਹ ਕਹਿੰਦੇ ਹਨ ਵੀ ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨ ਕੱਚ। And in the first line, Guru Pasha explains what they are trying to say. ਫਿਰ ਖੁੱਲ ਕੇ ਵਿਆਖਿਆ ਕਰਦੇ ਨੇ, ਕਹਿੰਦੇ ਨੇ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਕੋਈ ਦੇਵੀ ਦੇਵਤਾ ਨਹੀਂ। There is no Hindu gods and goddesses. There is no one God that is controlling everything. Everything is happening according to one set law of nature. ਸਾਰਾ ਕੁਝ ਨਿਯਮਾਂ ਦੇ ਮੁਤਾਬਕ ਚੱਲ ਰਿਹਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਉਸ ਸੱਚੇ ਦਾ ਜਿਹੜਾ ਕਾਨੂੰਨ ਹੈ ਨਾ, ਉਹ ਖੰਡਾਂ ਬ੍ਰਹਿਮੰਡਾਂ ਵਿੱਚ ਲਾਗੂ ਹੈ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਕ, ਸੱਚੇ ਆਕਾਰ। ਉਹ ਲੋਕਾਂ ਦੇ ਵਿੱਚ ਵੀ ਉਹਦਾ
ਕਾਨੂੰਨ ਚੱਲਦਾ ਹੈ, ਆਕਾਰਾਂ ਦੇ ਵਿੱਚ ਭਾਵ ਸਰੀਰਾਂ ਦੇ ਵਿੱਚ ਉਹ ਨਿਯਮ ਲਾਗੂ ਹਨ। That law of nature is conducting itself in the heavens, on land, in the sea, in the universe, on different planets. It is conducting itself in our bodies as well. सच्चे तेरे लो सच्चे आकार। फिर पातशाह कहते सच्चे तेरे करने सर्व विचार। Then Guru Pasha says that law of nature, the way it is conducting itself, should be something that we do vichar on, should be something that we contemplate on. कहते जिद्दां ਉਹ ਨਿਯਮ ਕੰਮ ਕਰਦਾ ਨਾ ਉਹ ਵਿਚਾਰਨ ਵਾਲੀ ਗੱਲ ਹੈ, ਪਰ ਸਾਡੇ ਵਾਲੇ ਨੇ ਕੀਤਾ, ਸਾਡੇ ਵਾਲਿਆਂ ਨੇ ਇਦਾਂ ਸਾਖੀਆਂ ਵਿੱਚ ਉਲਝਾਇਆ ਤਾਂ ਵੀ ਇਹਨਾਂ ਤੇ ਵਿਚਾਰ ਚਰਚਾ ਕਰੀ ਜਾਓ ਤੁਸੀਂ। But what did our people do? They said no, do ਵਿਚਾਰ on these ਕਹਾਣੀਆਂ। First they constructed ਕਹਾਣੀਆਂ that did not make sense according to logic, and then they told us you guys start doing ਵਿਚਾਰ on it, ਸੰਭੋ ਤੁਸੀਂ। ਪਰ ਨਹੀਂ, ਇਹਨਾਂ ਚੀਜ਼ਾਂ ਤੇ ਵਿਚਾਰ ਕਰਨੀ ਸੀ ਸਿੱਖ। But no, we were supposed to do vichar, we were supposed to contemplate on how everything works, how we can fit ourselves in that system. ਵੀ ਫਿਰ ਪਾਤਸ਼ਾਹ ਕਹਿੰਦੇ ਨੇ ਸੱਚਾ ਤੇਰਾ ਅਮਰ, ਸੱਚਾ ਦੀ ਬਾਣ। ਇਦਾਂ ਨਹੀਂ ਵੀ ਜਿੱਦਾਂ ਦੇਵੀ ਦੇਵਤਿਆਂ ਵਾਂਗ ਉਹ ਉੱਠ ਕੇ ਚਲੇ ਜਾਣਾ ਹੈ। ਉਹਨਾਂ ਦੇ ਜਿੱਦਾਂ ਦਰਬਾਰ ਲੱਗਦੇ ਸੀ, ਭਾਵੇਂ ਮਿਥਿਹਾਸ ਦੀਆਂ ਕਹਾਣੀਆਂ, ਪਰ ਆਪਾਂ ਸੁਣਦੇ ਹੀ ਆ ਵੀ ਰਾਵਣ ਰਾਮ ਦੀ ਕਹਾਣੀ। Even if it is mythological, right? In the area we grew up in, we heard all these stories. There was this kind of gods and goddesses, but at the end of the day, they also had to leave. ਭਾਵੇਂ ਮਿਥਿਹਾਸ ਆ, ਪਰ ਉਹਨਾਂ ਦੇ ਮਿਥਿਹਾਸ ਦੇ ਬੇਸ ਤੇ ਉਹਨਾਂ ਨੂੰ ਵੀ ਜਾਣਾ ਪਿਆ, ਰਾਵਣ ਵਰਗਿਆਂ ਨੂੰ, ਰਾਮ ਵਰਗਿਆਂ ਨੂੰ, ਕ੍ਰਿਸ਼ਨ ਵਰਗਿਆਂ ਨੂੰ। ਪਰ ਪਾਤਸ਼ਾਹ ਕਹਿੰਦੇ ਨੇ ਜਿਹੜੇ ਉਹ ਨਿਯਮ ਆ ਨਾ, ਉਹਨਾਂ ਨੇ ਹਮੇਸ਼ਾ ਲਈ ਸਥਿਰ ਰਹਿਣਾ ਹੈ। ਕੁਦਰਤ ਦੇ ਪਸਾਰੇ ਤੋਂ ਪਹਿਲਾਂ ਵੀ ਉਹ ਨਿਯਮ ਮੌਜੂਦ ਸਨ, ਅੱਜ ਵੀ ਲਾਗੂ ਹਨ, ਤੇ ਕੁਦਰਤ ਦੇ ਬਿਨਸ ਜਾਣ ਤੋਂ ਬਾਅਦ ਉਹਨਾਂ ਨਿਯਮਾਂ ਨੇ ਉੱਥੇ ਹੀ ਰਹਿਣਾ। Before everything emerged, that law of nature was there. It is working in the creation today, and after the creation will cease to exist, that nijam will still be there. Why? Because सच्चा तेरा अमर, सच्चा दी बाण, सच्चा तेरा हुक्म, सच्चा फरमान। कहते हैं कोई जना इस गल तो मुनकर नहीं हो सकता कि सारा कुछ उन्हां निजमां दे मुताबिक चल रहा है। No one can turn their back on this fact that everything is happening according to that law of nature. You can be blind to it, you can be stubborn about it. ਜੇ ਇਦਾਂ ਅੜਨਾ ਆ ਕਿਸੇ ਗੱਲ ਤੇ ਤਾਂ ਉਹ ਹੋਰ ਵੱਖਰਾ ਵਿਸ਼ਾ ਹੈ ਨਾ। ਜਿੱਦਾਂ ਸਾਡੇ ਪੜ੍ਹੇ ਲਿਖੇ ਵਿਦਵਾਨ ਇਸ ਵਿਸ਼ੇ ਤੇ ਅੜੇ ਹੋਏ ਆ ਕਿ ਨਹੀਂ ਜੀ ਇੱਕ ਹੈਗਾ ਆ ਪਰ ਉਹ ਸਰਵ ਵਿਆਪਕ ਹੈ। Like our educated scholars are being stubborn about this. Why? Because maybe it is jealousy, maybe it is irka, right? But they are still stuck on this fact that no, there is a God. God is one, but God is all pervading. First come to a consensus. Is God one or is God all pervading? But Guru Pasha says, he says, no, sacha tera hukam, sacha farman. कहते हैं सच्चा तेरा कर्म, सच्चा निशान। कहते हैं जेड़े वो काम कर रहे हैं ना, वो भी सच्चे हैं। Everything that happens according to that law of nature is based on truth. ਜਿਹੜੇ ਵੀ ਕੰਮ ਉਹਨਾਂ ਨਿਯਮਾਂ ਦੇ ਮੁਤਾਬਕ ਹੋ ਰਹੇ ਹਨ ਨਾ, ਉਹ ਸਾਰੇ ਦੇ ਸਾਰੇ ਸੱਚੇ ਹਨ। ਕਿਉਂ? ਕਿਉਂਕਿ ਸੱਚ ਦੇ ਆਧਾਰ ਤੇ ਖੜੇ ਆ। ਸੱਚ ਕੀ ਆ? ਵੀ ਉਹ ਨਿਯਮ ਨੇ ਬਿਨਸਣਾ ਨਹੀਂ। ਸੱਚ ਕੀ ਆ? ਵੀ ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ। ਵੇ ਸੱਚੇ ਤੋਂ ਦਾ ਆਖੇ ਲੱਖ ਕਰੋੜ। We the ones who understood this concept, ਵੀ everything is happening according to that law of nature, ਕਹਿੰਦੇ ਨੇ ਜਿਨ੍ਹਾਂ ਨੇ ਇਸ ਨੁਕਤੇ ਨੂੰ ਸਮਝ ਲਿਆ ਨਾ ਵੀ ਨਾਨਕ ਸੱਚ ਤੇ ਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨ ਕੱਚ, ਫਿਰ ਉਹ ਕੀ ਕਰਦੇ ਨੇ? ਕਹਿੰਦੇ ਨੇ ਸੱਚੇ ਤੁਧ ਆਖੈ ਲੱਖ ਕਰੋੜ, ਲੱਖਾਂ ਵਾਰੀ ਕਰੋੜਾਂ ਵਾਰੀ ਇਹ ਆਖਦੇ ਹਨ ਕਿ ਸਾਹਿਬ ਮੇਰਾ ਇੱਕੋ ਹੈ, ਦਿਸਦਾ ਅਣਦਿਸਦਾ ਸਾਰਾ ਇੱਕ ਹੈ। ਭਾਵੇਂ ਤਵੀਆਂ ਤੇ ਬਿਠਾ ਲਓ, ਭਾਵੇਂ ਆਨੰਦਪੁਰ ਉਜਾੜ ਦੋ, ਭਾਵੇਂ ਬੱਚੇ ਨੀਹਾਂ ਵਿੱਚ ਚਿਣਵਾ ਦੋ, ਪਰ ਨਹੀਂ, ਫਿਰ ਵੀ ਸੱਚੇ ਤੁਧ ਆਖੈ ਲੱਖ ਕਰੋੜ। Because they cannot do injustice with themselves. The people that know the truth genuinely know the truth.
not who are doing it for greed, not who are doing it for the chaudhar bhi, for fame. The ones who genuinely speak the truth, like our Guru Pasha. When they found out the truth, they could not contain themselves from sharing that information. Even if they had to sit on taviyan, even if they had to leave Anandapur, even if they saw their kids being martyred in front of them, phir bhi they said, Sache tud akhain lakh crore, Sache sab taan, Sache sab joor. And that law of nature is sustaining everything. ਉਹ ਨਿਯਮ ਹਰੇਕ ਦੀ ਪਾਲਣਾ ਕਰ ਰਿਹਾ, ਭਾਵੇਂ ਲੋਕੀ ਮੁਨਕਰ ਹੋ ਜਾਣ ਨਿਯਮਾਂ ਤੋਂ। ਮੁਨਕਰ ਭਾਵ ਭਾਵੇਂ ਉਹ ਮੰਨਣ ਜਾਂ ਨਾ ਮੰਨਣ ਕਿ ਨਿਯਮਾਂ ਦੇ ਮੁਤਾਬਕ ਹੀ ਸਾਰਾ ਕੁਝ ਹੋ ਰਿਹਾ ਵਾ, ਫਿਰ ਵੀ ਉਹ ਨਿਯਮ ਬਿਨਾਂ ਭੇਦ ਭਾਵ ਤੋਂ ਹਰੇਕ ਦੀ ਪਾਲਣਾ ਕਰ ਰਿਹਾ। ਸੱਚੇ ਸਬਤਾਨ, ਸੱਚੇ ਸਬ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਾਲਾ। And Guru Pasha says, in reality, if you were to praise that nijam, meaning bringing that information, bringing that gyan into your life, that is the only thing that is based on the truth. Every other sift salah that we do, every other praise that we sing of gods and goddesses, if a god that is the imagination of the pujari system, that is all based on falsehood. ਕਹਿੰਦੇ ਅਸਲ ਦੇ ਵਿੱਚ ਉਹਨਾਂ ਨਿਯਮਾਂ ਦੀ ਸਿਫਤ ਸਲਾਹ ਹੀ ਸੱਚੀ ਹੈ, ਭਾਵ ਉਸ ਗਿਆਨ ਨੂੰ ਜ਼ਿੰਦਗੀ ਵਿੱਚ ਲਾਗੂ ਕਰਨਾ ਹੀ ਸੱਚਾ ਕਰਮ ਹੈ। ਨਹੀਂ ਤਾਂ ਬਾਕੀ ਜਿਹੜੀ ਅਸੀਂ ਸਿਫਤ ਸਲਾਹ ਕਰਦੇ ਹਾਂ ਦੇਵੀ ਦੇਵਤਿਆਂ ਦੀ ਹੋਗੀ, ਅਖੌਤੀ ਰੱਬ ਦੀ ਹੋਗੀ, ਕਹਿੰਦੇ ਨੇ ਸਾਰਾ ਝੂਠ ਦੇ ਬੇਸ ਤੇ ਆਧਾਰ ਤੇ, ਝੂਠ ਦੇ ਬੇਸ ਤੇ ਖੜਾ ਹੈ। ਸੱਚੀ ਤੇਰੀ ਸਿਫਤ, ਸੱਚੀ ਸਾਲਾ। ਤੇ ਫਿਰ ਆ ਗਿਆ ਜੀ ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਇੱਥੇ ਸਾਡੇ ਜਿਹੜੇ ਵਿਦਵਾਨ ਆ ਇਸ ਪੰਕਤੀ ਨੂੰ ਬੜਾ ਵਰਤਦੇ ਨੇ, ਇਹ ਕਹਿੰਦੇ ਨੇ ਜੀ ਨਿਜਮ ਹੀ ਰੱਬ ਹੈ ਜੀ। ਇੱਥੇ ਗੁਰਬਾਣੀ ਵਿੱਚ ਲਿਖਿਆ ਵਾ ਕਿ ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। Here are philosophers or scholars, they will become stubborn on these pankti. They will become stuck on these pankti. You guys say nijam is God, you say that the law of nature is God. Who is Guru Pasha talking to when they say sachi teri kudrat? Your kudrat is sachi. Who is that you? Sache Padshah. So who is that you? We will try to understand this concept. ਗੁਰੂ ਪਾਤਸ਼ਾਹ ਕੀ ਕਹਿਣਾ? ਪਹਿਲੀ ਤਾਂ ਗੱਲ ਇਹ ਹੈ ਕਿ ਜਦੋਂ ਸੱਚੀ ਤੇਰੀ ਕੁਦਰਤ ਆ ਗਿਆ ਨਾ, ਨਾਲ ਹੀ ਆ ਗਿਆ ਕਿ ਸੱਚੇ ਪਾਤਸ਼ਾਹ। ਤੇ ਨਾਨਕ ਦਾ ਪਾਤਸ਼ਾਹ ਕਿਹੜਾ ਜੀ? ਵੇਦ ਕਤੇਬ ਸੰਸਾਰ ਹੱਬਾ ਹੂੰ ਬਾਹਰਾ, ਨਾਨਕ ਕਾ ਪਾਤਸ਼ਾਹ। ਜਿੱਦਾਂ ਹਨਾ ਗੁਰ ਕੀ ਬਾਣੀ ਗੁਰ ਤੇ ਜਾਤੀ, ਵੇਦ ਕਤੇਬ ਸੰਸਾਰ ਹੱਬਾ ਹੂੰ ਬਾਹਰਾ, ਨਾਨਕ ਕਾ ਪਾਤਸ਼ਾਹ ਦਿਸੈ ਜ਼ਾਹਰ। The Padshah of Nanak is all pervading in the form of the laws of nature. ਸੱਚੀ ਤੇਰੀ ਕੁਦਰਤ। ਤੇਰੀ ਇਦਾਂ ਵੇਖੋ, ਆਪਾਂ ਕਹਿੰਦੇ ਆ ਕਿ ਬੀਜ ਤੋਂ ਦਰਖਤ ਬਣਿਆ। We say that from a seed the tree was formed, right? And what grows on that tree? Branches grow on that tree. ਇਹਦਾ ਟਾਹਣੀਆਂ ਫਿਰ ਫਲ ਲੱਗਦੇ ਆ ਹਨਾ। ਜਦੋਂ ਕਿਸੇ ਕਵੀ ਨੇ ਉਸ ਦਰਖਤ ਦੀ ਸਿਫਤ ਕਰਨੀ ਨਾ, when a poet is going to speak about nature, is going to speak about trees, is going to speak about the sun, what will he say? He will say, talk about the sun, and he will say something like, your rays are magnificent, right? But are the rays separate from the sun? No, it is a symbolic gesture. ਜਦੋਂ ਕਿਸੇ ਕਵੀ ਨੇ ਗੱਲ ਕਰਨੀ ਹੈ ਨਾ, ਉਹਨਾਂ ਨੇ ਕਹਿਣਾ ਤੇਰੀਆਂ ਟਾਹਣੀਆਂ ਬੜੀਆਂ ਸੋਹਣੀਆਂ, ਦਰਖਤ ਦੀ ਗੱਲ ਜਦੋਂ ਚੱਲਦੀ ਨਾ, ਤੇਰੇ ਫਲ ਬੜੇ ਮਿੱਠੇ ਹਨ। ਹੁਣ ਇਮਾਨਦਾਰੀ ਨਾਲ ਦੱਸੋ ਕਿ ਦਰਖਤ ਤੇ ਜਿਹੜੇ ਦਰਖਤ ਦੇ ਉੱਤੇ ਫਲ ਲੱਗਦੇ ਨੇ, ਕੀ ਉਹ ਵੱਖਰੇ ਹਨ? ਨਹੀਂ, ਨਾ ਵੱਖੋ ਵੱਖਰੇ ਹਨ। ਕਾਵ ਭਾਸ਼ਾ ਦੇ ਵਿੱਚ ਗੱਲ ਕਰਨ ਦਾ ਤਰੀਕਾ ਹੈ ਅਗਲੇ ਦਾ, ਪਰ ਬੀਜ ਤੋਂ ਦਰਖਤ ਤੇ ਦਰਖਤ ਦੇ ਉੱਤੇ ਫਲ ਲੱਗਦੇ ਹਨ। ਕਹਿਣ ਸੁਣਨ ਵਿੱਚ ਫਰਕ ਹੈ, ਪਰ ਹੈ ਉਹ ਇੱਕੋ। In talking there is a difference, right? We give
some things different names. We give the sun a different name, we give the rays a different name, but in reality we know that they are all one entity. Sachi teri kudrat, sache Paatshah. They are different names because Gurbani is written in poetry. ਨਾ ਵੱਖੋ ਵੱਖਰੇ ਹਨ ਪਰ ਫਿਰ ਵੀ ਗੁਰੂ ਪਾਤਸ਼ਾਹ ਦਾ ਫੈਸਲਾ ਕਿ ਸਰਗੁਣ ਨਿਰਗੁਣ ਥਾਪੈ ਨਾਉ ਦੋਏ ਮਿਲ ਇੱਕ ਹੈ ਕੀਨੇ ਠਾਂ। निर्गुण आप सरगुण भीऊ ही कला धार जिन सगली मोही। सच्ची तेरी कुदरत सच्चे पातशाह। फिर पातशाह कहते हैं नानक सच ते आयन सच। जेड़े इस सच नूं समझ जाते हैं फिर वो इदा मान नाल आखदे हैं कि जो मर जम्मे सो कच न कच, असीं नहीं तुहाडे झूठ नूं मनदे। The ones who connect themselves with the truth, then they say, with confidence they say that we do not believe in your falsehood. Go preach that somewhere else. Why? Because we are connected to the true wisdom. So ਇਸ ਕਰਕੇ ਆਓ, let us read Gurbani, let us understand Gurbani, let us bring Gurbani into our daily lives so that we may live life full of confidence, live life full of freedom, like our Guru Pasha, like our forefathers lived before us. ਆਓ ਗੁਰਬਾਣੀ ਪੜ੍ਹ ਕੇ ਵਿਚਾਰ ਕੇ ਆਜ਼ਾਦੀ ਨਾਲ ਆਪਣੇ ਫੈਸਲੇ ਆਪ ਲਈਏ ਜਿਵੇਂ ਕਿ ਸਾਡਿਆਂ ਪਾਤਸ਼ਾਹਾਂ ਨੇ ਲਏ ਸਨ। ਇਹ ਸਮਝਣ ਦੀ ਕੋਸ਼ਿਸ਼ ਕਰੀਏ ਵੀ ਅੱਜ ਦੀ ਡੇਟ ਵਿੱਚ ਸਾਡੀਆਂ ਜ਼ਿੰਮੇਵਾਰੀਆਂ ਕੀ ਹਨ, ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰੀਏ ਜਿਵੇਂ ਕਿ ਸਾਡਿਆਂ ਪਾਤਸ਼ਾਹਾਂ ਨੇ 500 ਸਾਲ ਪਹਿਲਾਂ ਸਮਾਜ ਨੂੰ ਦੁਨੀਆ ਨੂੰ ਨਿਭਾ ਕੇ ਵਿਖਾਈਆਂ। ਅੱਜ ਲਈ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਦਿਓ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।